ਦੋਸਤੋ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ASP TV। ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ ਕੰਟਰੀ ਲਾਈਵ ਲੈ ਕੇ। ਸੋ ਅੱਜ ਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਸ਼ਾਮਲ ਨੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਵੱਲੋਂ। ਵਾਹਿਗੁਰੂ ਜੀ ਕੀ ਫਤਿਹ। ਹੇਰਾ ਸਾਹਿਬ, ਜਿਹੜਾ ਸੰਘਰਸ਼ ਚੱਲ ਰਿਹਾ, ਕਿਸਾਨੀ ਸੰਘਰਸ਼ ਚੱਲ ਰਿਹਾ ਪੰਜਾਬ ਦੇ ਵਿੱਚ, ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਉਹ ਕਾਨੂੰਨ ਨੇ ਉਹਨਾਂ ਦੇ ਖਿਲਾਫ ਜਿਹੜੇ ਮਤੇ ਆਏ ਨੇ, ਕੀ ਸਮਝਦੇ ਹੋ ਇਹ ਇਸ ਤੱਕ ਉਹ ਮਤਿਆਂ ਤੱਕ ਜੇ ਆਪਾਂ ਲੈ ਆਈਏ ਗੱਲ? ਦੇਖੋ, ਜੇ ਤਾਂ ਆਪਾਂ ਮਤਿਆਂ ਤੱਕ ਹੀ ਗੱਲ ਲੈ ਕੇ ਆਈਏ ਤਾਂ ਫਿਰ ਤਾਂ ਸਿਰਫ ਕਹਿ ਸਕਦੇ ਹਾਂ ਕਿ ਸਿਆਸੀ ਖੇਡ ਆ ਜੀ। ਪਰੰਤੂ ਕਿਉਂਕਿ ਸਿਆਸੀ ਖੇਡ ਆ, ਜਿਹੜੀ ਸੰਵਿਧਾਨ ਦੀ ਧਾਰਾ 254(2) ਆ, ਉਹ ਇਸ ਗੱਲ ਦੀ ਆਗਿਆ ਦਿੰਦੀ ਆ ਕਿ ਕੇਂਦਰ ਦੇ ਜਿਹੜੇ ਕੋਈ ਮਤੇ ਆ ਜਿਹੜੇ ਸਟੇਟ ਨਾਲ ਸੰਬੰਧਿਤ ਨੇ, ਉਹਨਾਂ ਦਾ ਸਟੇਟ ਆ ਜਿਹੜੇ ਉਹ ਵਿਰੋਧ ਕਰ ਸਕਦੀ ਆ, ਉਹਦੇ ਵਿਰੋਧ 'ਚ ਮਤੇ ਪਾ ਸਕਦੀ ਆ। ਪਰੰਤੂ ਉਹਦੀ ਜਿਹੜੀ ਅਗਲੀ ਸ਼ਰਤ ਆ ਉਹ ਇਹ ਆ ਕਿ ਜੇ ਰਾਜਪਾਲ ਉਹਨੂੰ ਰਾਸ਼ਟਰਪਤੀ ਕੋਲ ਭੇਜੇ ਅਤੇ ਰਾਸ਼ਟਰਪਤੀ ਉਹਨੂੰ ਮਨਜ਼ੂਰੀ ਦੇਵੇ, ਜਿਹੜਾ ਕਿ ਆਪਾਂ ਨੂੰ ਮਤਲਬ ਇੱਥੇ ਸੰਭਵ ਦਿਖਾਈ ਨਹੀਂ ਦਿੰਦਾ ਜੀ, ਕਿਉਂਕਿ ਉਹਦਾ ਸਾਰਾ ਉਹੀ ਸਿਸਟਮ ਆ, ਸਾਰਾ ਮੋਦੀ ਦਾ ਸਿਸਟਮ ਹੀ ਆ, ਰਾਜਪਾਲ ਹੋਇਆ ਚਾਹੇ ਰਾਸ਼ਟਰਪਤੀ ਹੋਇਆ। ਸੋ ਉਹ ਕਾਨੂੰਨੀ ਤੌਰ 'ਤੇ ਤਾਂ ਇਹਨਾਂ ਦਾ ਕੋਈ ਮਤਲਬ ਭਾਰ ਨਹੀਂ ਹੁੰਦਾ, ਕੋਈ ਮਤਲਬ ਵੈਲਿਊ ਨਹੀਂ ਹੈਗੀ। ਪਰੰਤੂ ਦੂਜੇ ਪਾਸੇ ਜੇ ਆਪਾਂ ਦੇਖੀਏ ਕਿ ਜਿਵੇਂ ਇੱਕਜੁੱਟਤਾ ਦੇ ਨਾਲ ਪੰਜਾਬ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ, ਫਿਰ ਸਾਰੇ ਜਿਹੜੇ MLA ਸੀਗੇ 114 ਉਹ ਰਾਜਪਾਲ ਕੋਲ ਗਏ ਉਹਨੂੰ ਮਤਿਆਂ ਨੂੰ ਦੇਣ ਦੇ ਲਈ। ਉਹ ਜਿਹੜੀ ਇੱਕਜੁੱਟਤਾ ਦਿਖਾਈ ਗਈ ਹੈ ਪੰਜਾਬ ਦੀ, ਉਹ ਕਿਤੇ ਨਾ ਕਿਤੇ ਜ਼ਰੂਰ ਭਾਰੂ ਹੋ ਸਕਦੀ ਆ ਕਿ ਜਿਹੜੇ ਮੋਦੀ ਕੇ ਨੇ ਉਹਨਾਂ ਨੂੰ ਇਹ ਲੱਗੂਗਾ ਕਿ ਪੰਜਾਬ ਆ ਜਿਹੜਾ ਉਹ ਸਾਰਾ ਇਸ ਗੱਲ 'ਤੇ ਇੱਕਜੁੱਟ ਹੈ, ਇੱਕ ਮੁੱਠ। ਪਰੰਤੂ ਅਗਲੇ ਦਿਨ ਜਿਹੜਾ ਆਮ ਆਦਮੀ ਪਾਰਟੀ ਵਾਲੇ ਅਤੇ ਬਾਦਲ ਵਾਲੇ ਉਹ ਦੋਨੇ ਪਲਟ ਗਏ ਆ। ਉਹਨਾਂ ਨੂੰ ਇਹ ਲੱਗਿਆ ਵੀ ਅਸੀਂ ਤਾਂ ਸਾਰਾ ਕੁਛ ਹੈ ਜਿਹੜਾ ਕੈਪਟਨ ਦੇ ਹੱਥ ਫੜਾ ਬੈਠੇ ਹਾਂ, ਉਹ ਪਲਟ ਗਏ ਆ। ਸੋ ਉਹਨਾਂ ਦੇ ਪਲਟਣ ਤੋਂ ਬਾਅਦ, ਉਹਨਾਂ ਦੀ ਬਿਆਨਬਾਜ਼ੀ ਤੋਂ ਬਾਅਦ ਇਹ ਜਿਹੜੀ ਇੱਕੇ ਵਾਲੀ ਗੱਲ ਆ ਉਹ ਵੀ ਖਤਮ ਹੋ ਗਈ ਆ, ਉਹ ਵੀ ਖਿੱਲਰ ਗਈ ਆ, ਖਿੰਡ ਗਈ ਆ। ਸੋ ਮੈਨੂੰ ਲੱਗਦਾ ਕਿ ਇਹ ਤਾਂ ਸਿਰਫ ਅਤੇ ਸਿਰਫ ਇੱਕ ਰਾਜਸੀ ਡਰਾਮਾ ਨੌਟੰਕੀ ਹੋਈ ਆ, ਜਿਹਦਾ ਆਪਾਂ ਸਮਝ ਸਕਦੇ ਹਾਂ ਕਿ ਦੀ ਐਂਡ ਹੈ। ਜੀ। ਨਹੀਂ, ਫਿਰ ਕਿਸਾਨ ਜਥੇਬੰਦੀਆਂ ਕੀ ਸਮਝ ਰਹੀਆਂ ਨੇ? ਜਿਹੜਾ ਕਿਸਾਨ ਜਥੇਬੰਦੀਆਂ ਨੇ ਮਤਲਬ ਉਹਨਾਂ ਦੀ ਗੱਲ ਮੰਨ ਲਈ ਹੈ, ਮਾਲ ਗੱਡੀਆਂ ਆਉਣ ਵਾਲੀ ਦਾ ਗੱਲ ਮੰਨ ਲਈ ਹੈ ਕਿ ਕਿਹੜਾ ਮਤਲਬ ਲੱਗਦਾ ਵੀ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਕਰਕੇ ਚੱਲ ਰਹੀਆਂ ਨੇਗੀਆਂ ਕਿਸਾਨ ਜਥੇਬੰਦੀਆਂ? ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਪੰਜਾਬ ਸਰਕਾਰ 'ਤੇ ਕੇਂਦਰ ਦਾ ਦਬਾਅ ਆ ਕਿ ਰੇਲ ਲਾਈਨਾਂ ਨੇ ਜਿਹੜੀਆਂ ਖਾਲੀ ਕਰਾਓ ਜੀ। ਸੋ ਪੰਜਾਬ ਸਰਕਾਰ ਨੇ ਜਿਹੜਾ ਕਿਸਾਨ ਜਥੇਬੰਦੀਆਂ 'ਤੇ ਆ ਜਿਹੜਾ ਦਬਾਅ ਬਣਾਇਆ ਕਿ ਅਸੀਂ ਤੁਹਾਡੀਆਂ ਮੰਗਾਂ ਨੇ ਜਿਹੜੀਆਂ, ਜੋ ਕੁਛ ਤੁਸੀਂ ਕਹਿੰਦੇ ਹੋ ਅਸੀਂ ਮੰਨ ਲੈਂਦੇ ਹਾਂ, ਜੋ ਕੁਝ ਅਸੀਂ ਕਹਿੰਦੇ ਹਾਂ ਉਹ ਮੰਨ ਲਓ, ਮਤਲਬ ਲੈਣ ਦੇਣ ਹੋਇਆ ਵਾ ਇੱਕ ਤਰ੍ਹਾਂ ਦਾ। ਸੋ ਦੂਜੇ ਪਾਸੇ ਜਿਹੜਾ ਮਤਲਬ ਸਟੇਟ ਵੱਲੋਂ ਇਹ ਵੀ ਕਿਹਾ ਗਿਆ ਹੋਊਗਾ ਕਿ ਸਾਨੂੰ ਫਿਰ ਮਜਬੂਰੀ ਬਣ ਜੂਗੀ ਜੀ। ਸੋ ਇਹ ਜਿਹੜਾ ਰੇਲਾਂ ਨੂੰ, ਦੂਜੇ ਪਾਸੇ ਇਹ ਆ ਕਿ ਜੇ ਰੇਲਾਂ ਨੂੰ ਉਹ ਰਾਹ ਨਾ ਦਿੰਦੇ, ਮਾਲ ਗੱਡੀਆਂ ਨੂੰ ਰਾਹ ਨਾ ਦਿੰਦੇ, ਤਾਂ ਜਿਵੇਂ ਹੁਣ ਤੁਸੀਂ ਦੇਖੋਗੇ ਜਿਹੜੇ ਪੈਟਰੋਲ ਪੰਪ ਮਾਲਕ ਨੇ ਉਹਨਾਂ ਨੇ ਜਾ ਕੇ ਵਿਦਰੋਹ ਕੀਤਾ ਉੱਥੇ ਜੀ, ਉਹਨਾਂ ਨੇ ਜਾ ਕੇ ਉੱਥੇ ਨਾਅਰੇਬਾਜ਼ੀ ਕੀਤੀ ਆ। ਸੋ ਕਿਤੇ ਨਾ ਕਿਤੇ ਆ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਝੋਨਾ ਸੀ ਜਿਹੜਾ ਉਹ ਮੰਡੀਆਂ 'ਚੋਂ ਨਾ ਚੱਕਿਆ ਜਾਂਦਾ, ਅਤੇ ਉਹਨਾਂ ਨੇ ਕਿਸੇ ਇਹ ਤਾਂ ਜੀ ਕਿਸਾਨਾਂ ਕਰਕੇ ਨਹੀਂ ਚੱਕਿਆ ਜਾਂਦਾ, ਕਿਉਂਕਿ ਹੁਣ ਜੇ ਝੋਨੇ ਨੂੰ ਰੱਖਣ ਲਈ ਕੋਈ ਥਾਂ ਹੀ ਨਹੀਂ, ਗੋਦਾਮ ਵੀ ਵਿਹਲੇ ਨਹੀਂ, ਤੇ ਬਾਰਦਾਨਾ ਵੀ ਚਾਹੀਦਾ ਜੀ, ਬਾਰਦਾਨਾ ਵੀ ਚਾਹੀਦਾ ਵਾ। ਸੋ ਦੂਜੇ ਪਾਸੇ ਜਿਹੜੀ ਖਾਦ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕਣਕਾਂ ਜਿਹੜੀ ਉਹ ਵੀ ਬੀਜਣੀ ਆ, ਯੂਰੀਆ, DAP, ਹਾਂਜੀ। ਅਤੇ ਤੀਜੇ ਪਾਸੇ ਆ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਤੁਸੀਂ ਦੇਖ ਲਓ, ਆਲੂ ਕਿੰਨਾ ਮਹਿੰਗਾ ਹੋ ਗਿਆ, ਪਿਆਜ਼ ਕਿੰਨਾ ਮਹਿੰਗਾ ਹੋ ਗਿਆ, ਚਾਹੇ ਇਹਦੇ ਕਾਰਨ ਹੋਰ ਨੇ, ਪਰੰਤੂ ਸਰਕਾਰ ਨੇ ਆਖਰ ਨੂੰ ਇਹ ਕਿਸਾਨਾਂ ਸਿਰ ਮੜ ਦੇਣਾ ਸੀ। ਸੋ ਕਿਸਾਨ ਨੇ ਜਿਹੜੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਇੱਕ ਪਾਸੇ ਖੂਹ ਆ, ਇੱਕ ਪਾਸੇ ਖਾਤਾ। ਸੋ ਉਹਨਾਂ ਨੇ ਸਰਕਾਰ ਦੀ ਜਿਹੜੀ ਇੰਨੀ ਕੁ ਗੱਲ ਸੀ ਉਹਨੂੰ ਪ੍ਰਵਾਨ ਕਰ ਲਿਆ ਕਿ ਮਾਲ ਗੱਡੀਆਂ ਨੇ ਜਿਹੜੀਆਂ ਇਹਨਾਂ ਨੂੰ ਅਸੀਂ ਚੱਲਣ ਦਿੰਦੇ ਹਾਂ ਜੀ ਜੀ ਜੀ। ਇਹਦੇ ਵਿੱਚ ਮਤਲਬ ਜਿਹੜਾ ਆਪਾਂ ਇੱਕ ਹੋਰ ਦੇਖਦੇ ਆਂਗੇ ਵੀ ਇਹ ਲੱਗਦਾ ਨਹੀਂ ਹੈਗਾ ਵੀ ਕੈਪਟਨ ਨੇ ਰਾਜਨੀਤਿਕ ਚਾਲ ਹੈ ਜਿਹੜੀ ਅਜਿਹੀ ਖੇਡੀ ਹੈ ਵੀ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਵੀ ਨੂੰ ਵੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਲਈ ਵੀ ਮੈਂ ਤੁਹਾਡੇ ਨਾਲ ਹਾਂ, ਤੁਹਾਡੇ ਹਰਦਮ ਹੱਕ 'ਚ ਖੜਾ, ਅਤੇ ਦੂਸਰੇ ਪਾਸੇ ਅੰਦਰ ਮਤਲਬ ਵਿਧਾਨ ਸਭਾ ਦੇ ਵਿੱਚ ਇਹਨਾਂ ਦੋਨਾਂ ਨੂੰ ਨਾਲ ਖੜਾ ਕੇ ਇਹਨਾਂ ਦੋਨਾਂ ਨੂੰ ਵੀ ਇੱਕ ਤਰ੍ਹਾਂ ਮਾਤ ਦਿੱਤੀ, ਦੋਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਵੀ, ਚਾਹੇ ਉਹ ਬਾਹਰ ਆ ਕੇ ਹੁਣ ਰੌਲਾ ਪਾ ਰਿਹਾ ਪਰ ਅੰਦਰ ਮਤਲਬ ਇੱਕਜੁੱਟਤਾ ਦੇ ਨਾਲ ਹੀ ਆ, ਚਾਹੇ ਨਾਲ ਖੜਾ ਕੇ ਮਤਲਬ ਇਹ ਕੈਪਟਨ ਦੀ ਚਾਲ 'ਚ ਫਸ ਗਈ ਮਤਲਬ ਇਹ ਦੋਨੇ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਪਟਨ ਦੀ ਚਾਲ ਦੇ ਵਿੱਚ ਇਹ ਜਿਹੜਾ ਆਪਾਂ ਮੰਨ ਸਕਦੇ ਹਾਂ ਕਿ ਜਿਹੜਾ ਉਹਨੇ ਇਹ
ਖੇਡਿਆ ਮਤਾ ਲਿਆਉਣ ਦੀ ਖੇਡ, ਇਹਨੂੰ ਮਾਸਟਰ ਸਟ੍ਰੋਕ ਕਹਿ ਸਕਦੇ ਹਾਂ ਜੀ ਜੀ ਬਿਲਕੁਲ ਕਿ ਉਹਨੇ ਬਿਲਕੁਲ ਉਹਦੇ ਉਸੇ ਕਰਕੇ ਉਹਨੇ ਛਟਪਟਾ ਰਹੇ ਨੇ ਵੀ ਅਸੀਂ ਆਹ ਕੀ ਕਰ ਬੈਠੇ ਹਾਂ ਜੀ ਜੀ। ਸੋ ਨਾ ਤਾਂ ਵਿਰੋਧ ਕਰ ਸਕਦੇ ਸੀ, ਪਰੰਤੂ ਜੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਗੱਲਾਂ ਇਹ ਹੁਣ ਅੱਜ ਕਹਿੰਦੇ ਇਹਨਾਂ ਨੇ ਵਿਧਾਨ ਸਭਾ 'ਚ ਕਿਉਂ ਨਹੀਂ ਕਹੀਆਂ ਜੀ। ਸੋ ਇਹ ਕਿਤੇ ਨਾ ਕਿਤੇ ਆ ਜਿਹੜਾ ਉਹ ਵਾਕਿਆ ਹੀ ਇਹ ਤੁਹਾਡੀ ਜਿਹੜੀ ਗੱਲ ਠੀਕ ਹੈ ਕਿ ਕੈਪਟਨ ਦਾ ਜਿਹੜੀ ਚਾਲ ਸੀਗੀ ਕਿ ਆਪਣੇ ਆਪ ਨੂੰ ਜਿਵੇਂ ਉਹਨੇ ਪਾਣੀਆਂ ਦੇ ਰਾਖੇ ਦੀ ਗੱਲ ਕਰਦਾ ਵਾ ਹੁਣ ਇਹਨੂੰ ਕਹੀ ਜਾਂਦਾ ਜੀ ਪਾਣੀਆਂ ਦੇ ਰਾਖਾ, ਹਾਲਾਂਕਿ ਉਹ ਜਿਹੜਾ ਵਿਧਾਨ ਸਭਾ 'ਚ ਮਤਾ ਲਿਆਂਦਾ ਸੀ ਉਹਦੇ ਨਾਲ ਤਾਂ ਅਸੀਂ ਆਪਣੇ ਜਿਹੜੇ ਪਹਿਲਾ ਪਾਣੀ ਜਾ ਰਿਹਾ ਉਹ ਗਵਾ ਲਿਆ, ਉਹਦੇ ਤੇ ਹੱਕ ਹੀ ਗਵਾ ਲਿਆ। ਸੋ ਇਹ ਹੈ ਜਿਹੜੀ ਉਸੇ ਤਰ੍ਹਾਂ ਹੋਣਾ ਜੀ ਇਹ ਕਿਸਾਨੀ ਦਾ ਰਾਖਾ ਜੀ। ਉਹ ਸੋ ਇੱਕ ਜੇ ਕਾਂਗਰਸ ਸੀ ਜਿਹੜੀ ਉਹ ਆਪਣੀ ਚਾਲ 'ਚ ਪੂਰੀ ਤਰ੍ਹਾਂ ਸਫਲ ਰਹੀ ਆ, ਅਤੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਕੱਲ੍ਹ ਨੂੰ ਹੁਣ ਉਹਨਾਂ ਨੇ ਕਿਹਾ ਵੀ ਦੇਖੋ ਜੀ ਅਸੀਂ ਕੈਪਟਨ ਦਾ ਜਿਹੜਾ ਕਦਮ ਹੈ ਇਹਨੂੰ ਚੰਗਾ ਮੰਨਦੇ ਹਾਂ ਜੀ, ਪਰੰਤੂ ਉਸ ਕਦਮ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੋਰ ਮੋਰੀਆਂ ਨੇ ਉਹਨਾਂ ਦੀ ਕੱਲ੍ਹ ਨੂੰ ਉਹ ਵਿਆਖਿਆ ਕਿਵੇਂ ਕਰਨਗੇ। ਹੁਣ MSP ਆ ਜਿਹੜੀ ਉਹ ਕਿਹਦੀ ਆ, ਝੋਨੇ ਦੀ ਅਤੇ ਆਪਣੀ ਕਣਕ ਦੀ, ਉਹ ਤਾਂ ਪਹਿਲਾਂ ਹੀ ਆ ਜੀ। ਨਰਮਾ ਸਾਡਾ ਅੱਜ ਬਰਬਾਦ ਹੋ ਰਿਹਾ, ਮੱਕੀ ਸਾਡੀ ਅੱਜ ਮੁਫਤ ਦੇ ਭਾਅ ਜਾ ਰਹੀ ਆ। ਸੋ ਬਾਕੀ ਜਿਹੜੀਆਂ 23 ਫਸਲਾਂ ਮੈਨੂੰ ਉਹਨਾਂ ਦੀ ਤਾਂ ਕੋਈ ਉਹ ਨਹੀਂ ਹੈ। ਸੋ ਦੂਜੇ ਪਾਸੇ ਇਹ ਆ ਕਿ ਕੈਪਟਨ ਆ ਜਿਹੜਾ ਉਹਨੇ ਇਸ ਗੱਲ ਦਾ ਵਾਅਦਾ ਵੀ ਨਹੀਂ ਕੀਤਾ ਕਿ ਪੰਜਾਬ ਸਰਕਾਰ ਆ ਜਿਹੜੀ ਜੇ ਕਿਸਾਨ ਦੀ ਕੋਈ ਫਸਲ ਨਾ ਖਰੀਦੂਗਾ, ਉਹਦਾ ਕੀ FCI ਨਹੀਂ ਖਰੀਦੂਗੀ, ਕਿ ਜਿਹੜੇ ਪ੍ਰਾਈਵੇਟ ਆ ਉਹ ਨਹੀਂ ਖਰੀਦਣਗੇ, ਫਿਰ ਅਸੀਂ ਬੈਠੇ ਜੀ। ਸੋ ਪੰਜਾਬ ਸਰਕਾਰ ਬੈਠੀ ਆ, ਉਹਨੇ ਨਹੀਂ ਕਿਹਾ ਜੀ। ਸੋ ਕਿਸਾਨ ਕਿੱਥੇ ਜਾਊ? ਬਿਲਕੁਲ ਜਿਹੜੀ ਗੱਲ ਤਾਂ ਇਹ ਆ ਵੀ ਉਹ ਜਿਹੜੇ ਮਤਲਬ ਅਜਗਰ ਦੇ ਮੂੰਹ ਦੇ ਵਿੱਚ ਆਇਆ ਕਿਸਾਨ, ਜਿਹੜੀ ਉਹਦੀਆਂ ਫਸਲਾਂ ਨੇ ਜਿਹੜੀਆਂ ਉਹ ਭੰਗ ਦੇ ਭਾਅ ਜਾਣ ਵਾਲੀ ਗੱਲ ਆ, ਜ਼ਮੀਨਾਂ ਭੰਗ ਦੇ ਭਾਅ ਜਾਣ ਵਾਲੀ, ਉਹ ਤਾਂ ਉਵੇਂ ਖਤਰਾ ਉਵੇਂ ਖੜਾ ਜੀ। ਸੋ ਕੰਨ ਆ ਜਿਹੜਾ ਉਹਨੂੰ ਇੱਧਰੋਂ ਨਹੀਂ ਫੜਿਆ, ਉੱਪਰ ਦੀ ਘੁਮਾ ਕੇ ਫੜ ਲਿਆ, ਫੜਿਆ ਤਾਂ ਉਹੀ ਕੰਨ ਹੀ ਗਿਆ ਵਾ। ਦੂਜੇ ਪਾਸੇ ਹੁਣ ਕੈਪਟਨ ਸਾਹਿਬ ਇਹ ਵੀ ਕਹਿ ਰਹੇ ਆ ਵੀ ਹੁਣ ਮਤਲਬ ਦਿੱਲੀ ਵਾਲਾ ਜਿਹੜੀ ਹੈਗੀ ਵਿਧਾਨ ਸਭਾ ਉਹ ਵੀ ਪਾਵੇ, ਮਤਲਬ ਕੇਜਰੀਵਾਲ ਨੂੰ ਉਹਨਾਂ ਨੇ ਇਹਦੇ ਵਿੱਚ ਇਸ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਕੀ ਤੁਹਾਨੂੰ ਇਹ ਵੀ ਨਹੀਂ ਲੱਗਦਾ ਹੈਗਾ ਵੀ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ, ਇਹ ਜਿਹੜੇ ਗੈਰ ਭਾਜਪਾਈ ਰਾਜ ਨੇ ਹਿੰਦੁਸਤਾਨ ਦੇ, ਉਹ ਵੀ ਇਸ ਤਰ੍ਹਾਂ ਪਾਉਣਗੇ ਉਹਨਾਂ ਮਤਿਆਂ ਨੂੰ, ਉਹਨਾਂ ਨੂੰ ਇੱਕ ਮਤਲਬ ਨਵੀਂ ਜਿਹੜੀ ਪਹਿਲ ਪੰਜਾਬ ਨੇ ਕੀਤੀ ਹੈ, ਇਹ ਚਾਹੇ ਤਾਂ ਤੁਸੀਂ ਕਹਿੰਦੇ ਹੋ ਫਾਇਦਾ ਨਹੀਂ ਕੋਈ, ਪਰ ਇੱਕ ਤਰ੍ਹਾਂ ਨਾਲ ਇਹ ਤਾਂ ਹੈ ਨਾ ਵੀ ਉਹਨਾਂ ਦੇ ਮੂਹਰੇ ਅੱਖਾਂ ਕੱਢ ਕੇ ਦਿਖਾਉਣ ਵਾਲੀ ਗੱਲ ਤਾਂ ਹੋਈ ਹੈ ਨਾ ਕਿਤੇ ਨਾ ਕਿਤੇ। ਬਿਲਕੁਲ ਹਾਂਜੀ, ਵੀ ਇਹਨੂੰ ਦੇਖਦਿਆਂ ਹੋਇਆ ਕੋਈ ਦੂਸਰੇ ਸੂਬਿਆਂ 'ਚ ਵੀ ਜਾ ਸਕਦਾ ਹੈ, ਦੂਸਰੇ ਸੂਬੇ ਵੀ ਇਸ ਤਰ੍ਹਾਂ ਦੀ ਪਹਿਲ ਕਰ ਸਕਦੇ ਇਹਦੇ ਮਗਰ। ਨਹੀਂ ਦੇਖੋ ਜਿਹੜੀ ਗੱਲ ਹੁਣ ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਘੇਰਨ ਦੀ ਗੱਲ ਆ ਜੀ, ਕੇਜਰੀਵਾਲ ਵੀ ਆ ਕਰੇ, ਉਹ ਤੋਂ ਇਹ ਤਾਂ ਇੱਕ ਸਿਆਸੀ ਖੇਡਾਂ ਨੇ ਜੀ ਜੀ, ਕਿਉਂਕਿ 2022 ਸਾਹਮਣੇ ਆ ਰਿਹਾ ਵਾ। ਕੈਪਟਨ ਨੂੰ ਲੱਗਦਾ ਕਿ ਸਾਡਾ ਜਿਹੜਾ ਮੁਕਾਬਲਾ ਉਹ ਆਮ ਆਦਮੀ ਪਾਰਟੀ ਨਾਲ ਹੋਊਗਾ ਜੀ ਜੀ। ਸੋ ਉਹਨਾਂ ਨੇ ਆਪਦੀਆਂ ਤੋਪਾਂ ਦੇ ਮੂੰਹ ਉੱਧਰ ਨੂੰ ਕਰ ਲਿਆ ਵੀ ਕਿਵੇਂ ਨਾ ਕਿਵੇਂ ਆਪਾਂ ਆਮ ਆਦਮੀ ਪਾਰਟੀ ਨੂੰ ਘੇਰੀਏ। ਆਮ ਆਦਮੀ ਪਾਰਟੀ ਨੇ ਜਿਹੜੀਆਂ ਆਪਣੀਆਂ ਤੋਪਾਂ ਨੇ ਉਹ ਸਾਰੀਆਂ ਕਾਂਗਰਸ ਵੱਲ ਕਰ ਲਈਆਂ ਨੇ। ਉਹਨਾਂ ਅਕਾਲੀ ਬਾਦਲ ਆ ਜਿਹੜਾ ਉਹਦਾ ਪਾਸੇ ਚਲਾ ਗਿਆ ਜੀ, ਨਾ ਉਹਨੂੰ ਕਾਂਗਰਸ ਤਵੱਜੋ ਦੇ ਰਹੀ ਹੈ ਨਾ ਆਮ ਆਦਮੀ ਪਾਰਟੀ ਵਾਲੇ। ਸੋ ਇਹਨਾਂ ਨੇ ਜਿਹੜਾ 2022 ਆ ਰਹੀ ਆ ਉਹਨੂੰ ਦੇਖ ਕੇ ਇੱਕ ਦੂਜੇ ਵੱਲ ਤੋਪਾਂ ਭੇੜ ਲਈਆਂ। ਬਾਕੀ ਗੱਲ ਇਹ ਹੈ ਕਿ ਜਿਹੜੇ ਗੈਰ ਭਾਜਪਾ ਸੂਬਿਆਂ ਦੀਆਂ ਸਰਕਾਰਾਂ ਨੇ, ਜੇ ਤਾਂ ਸਾਰੇ ਸੂਬਿਆਂ ਦੀਆਂ ਅੱਧੀਆਂ ਸਰਕਾਰਾਂ ਨੇ ਉਹ ਮਤਾ ਪਾ ਦੇਣ ਫਿਰ ਤਾਂ ਕੋਈ ਗੱਲ ਬਣਦੀ ਆ ਜੀ। ਜਿਹੜਾ ਪਾਰਲੀਮੈਂਟ ਵੱਲੋਂ ਪਾਸ ਕੀਤਾ ਮਤਾ ਵਾ, ਜੇ ਉਹਨੂੰ ਅੱਧੇ ਸੂਬੇ ਰੱਦ ਕਰਦੇ ਨੇ ਫਿਰ ਤਾਂ ਉਹਦੀ ਕੋਈ ਗੱਲ ਬਣਦੀ ਆ। ਸੋ ਜੇ ਨਹੀਂ, ਹੁਣ ਤੁਸੀਂ ਤੁਹਾਡੇ ਸਾਹਮਣੇ ਹੀ ਆ ਕਿੰਨਿਆਂ ਕੁ ਸੂਬਿਆਂ 'ਚ ਗੱਲ ਚੱਲਦੀ ਆ। ਹੁਣ ਬਿਹਾਰ ਦੇ ਵਿੱਚ ਤਾਂ ਚੋਣਾਂ ਹੋ ਰਹੀਆਂ ਨੇ, ਉੱਥੇ ਨਹੀਂ ਗੱਲ ਚੱਲਦੀ ਜੀ। ਸੋ ਕਿਤੇ ਨਾ ਕਿਤੇ ਹੈ ਜਿਹੜਾ ਇਹ ਸਾਰਾ ਕੁਛ ਹੈ ਜਿਹੜਾ ਭਾਜਪਾ ਨੇ ਪੂਰੀ ਤਰ੍ਹਾਂ ਮਤਲਬ ਜਿਹੜਾ ਕਿਸਾਨ ਆ ਉਹਨੂੰ ਕਿਸੇ ਤਰ੍ਹਾਂ ਆਪਣੀ ਜਕੜ 'ਚ ਕੀਤਾ ਹੋਇਆ ਦੇਸ਼ ਦੇ ਨੂੰ। ਮੋਦੀ ਦੇ ਜਿਹੜੇ ਮਤਲਬ ਲਾਰੇ ਨੇ ਉਹਨਾਂ ਨੂੰ ਲੱਗਦਾ ਵੀ ਇਹਦੇ 'ਚੋਂ ਕੁਛ ਨਾ ਕੁਛ ਨਿਕਲੂਗਾ। ਸੋ ਉਸ ਕਰਕੇ ਇਹ ਜਿਹੜੇ ਬਿੱਲ ਆਏ ਨੇ ਉਹਨਾਂ ਦੀ ਗੰਭੀਰਤਾ ਵਾ ਜਿਹੜੀ ਉਹ ਬਾਕੀ ਦੇਸ਼ ਦੇ ਵਿੱਚ ਦਿਖਾਈ ਨਹੀਂ ਦੇ ਰਹੀ। ਲੜਾਈ ਲੜ ਰਿਹਾ ਤਾਂ ਸਿਰਫ ਪੰਜਾਬ ਲੜ ਰਿਹਾ ਵਾ, ਹਰਿਆਣੇ ਦੇ ਵਿੱਚ ਵੀ ਉਸ ਰੂਪ 'ਚ ਲੜਾਈ ਨਹੀਂ ਹੈ ਜਿਹੜੀ ਪੰਜਾਬ 'ਚ ਆ। ਸੋ ਸਿਰਫ ਤੇ ਸਿਰਫ ਪੰਜਾਬ ਇਸ ਵੇਲੇ ਜਿਹੜੀ ਲੜਾਈ ਆ ਉਹ ਲੜ ਰਿਹਾ ਵਾ, ਅਤੇ ਉਸ ਲੜਾਈ ਨੂੰ ਕਿਵੇਂ ਕਮਜ਼ੋਰ ਕਰਨਾ ਵਾ, ਸਾਰਾ ਜ਼ੋਰ ਕੇਂਦਰ ਦਾ ਮੋਦੀ ਸਰਕਾਰ ਦਾ ਉਸ 'ਤੇ ਲੱਗੂਗਾ। ਨਾਲ ਦੀ ਨਾਲ ਆ ਜਿਹੜਾ ਉਹ ਇਹਨੂੰ ਕੈਪਟਨ ਨੂੰ ਆਪਣੇ ਦਬਾਅ 'ਚ ਲੈ ਕੇ ਇਹਦੇ ਤੋਂ ਵੀ ਉਸ ਪਾਸੇ ਆ ਜਿਹੜੀ ਗੱਲ ਨੂੰ ਤੋਰਨਗੇ। ਇਸ ਸੰਘਰਸ਼ ਦੇ ਵਿੱਚ ਮਤਲਬ ਪੰਥ ਕਿੱਥੇ ਖੜ੍ਹਾ ਜੀ? ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਵੇਲੇ ਸੰਘਰਸ਼ ਦੇ ਰਾਹ ਪਈਆਂ ਹੋਈਆਂ ਨੇ, ਜਿਹੜੇ ਧਰਨੇ ਮੁਜ਼ਾਹਰਿਆਂ ਦੀ ਅਗਵਾਈ ਕਰ ਰਹੇ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ, ਉਹ ਮੋਸਟਲੀ ਮਤਲਬ ਮਾਰਕਸੀ ਵਿਚਾਰਧਾਰਾ ਦੇ ਲੋਕ ਨੇਗੇ। ਸਿੱਖ ਪੰਥ ਕਿੱਥੇ ਆ? ਜਦੋਂ ਕਿ ਜਿਹੜੇ ਲੋਕ ਧਰਨਿਆਂ ਦੇ ਵਿੱਚ ਬੈਠੇ ਨੇ, ਰੇਲਵੇ ਲਾਈਨਾਂ 'ਤੇ ਬੈਠੇ ਨੇ, ਸੜਕਾਂ 'ਤੇ ਬੈਠੇ ਨੇ, ਪੈਟਰੋਲ ਪੰਪਾਂ ਦੇ ਮੂਹਰੇ ਬੈਠੇ ਨੇ, ਟੋਲ ਪਲਾਜ਼ਿਆਂ 'ਤੇ ਬੈਠੇ ਨੇ, ਮੌਲਾਂ ਦੇ ਮੂਹਰੇ ਬੈਠੇ ਨੇ, ਉਹਨਾਂ ਦੇ ਵਿੱਚ ਜਦੋਂ ਜਾ ਕੇ ਗੱਲ ਕਰਦੇ ਆ ਤਾਂ ਉੱਥੇ ਗੱਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਣਿਆਂ ਦੀ ਵੀ ਹੁੰਦੀ ਆ ਥੱਲੇ, ਉੱਥੇ ਗੱਲ ਅਨੰਦਪੁਰ ਸਾਹਿਬ ਦੇ ਮਤਿਆਂ ਨੂੰ ਵੀ ਯਾਦ ਕਰ ਰਹੇ ਨੇ ਉਹ ਲੋਕ, ਪਰ ਸਟੇਜ 'ਤੇ ਉਹਦਾ ਜ਼ਿਕਰ ਵੀ ਨਹੀਂ ਹੁੰਦਾ। ਇਹਨੂੰ ਕੀ ਸਮਝਦੇ ਹੋ ਫਿਰ?
ਨਹੀਂ ਦੇਖੋ ਸੰਧੂ ਸਾਹਿਬ, ਜਿਹੜੀ ਅਸਲ ਵਿੱਚ ਲੜਾਈ ਆ, ਚਾਹੇ ਉਹਨੂੰ ਅਸੀਂ ਅੱਜ ਸਮਝ ਲਈਏ, ਚਾਹੇ ਕੱਲ੍ਹ ਸਮਝ ਲਈਏ, ਚਾਹੇ ਪਰਸੋਂ ਸਮਝ ਲਈਏ, ਨਾ ਸਮਝੇ ਤਾਂ ਸਾਨੂੰ ਇਤਿਹਾਸ ਨੇ ਨਹੀਂ ਮਾफ़ ਕਰਨਾ, ਸਮੇਂ ਨੇ ਨਹੀਂ ਮਾफ़ ਕਰਨਾ, ਅਤੇ ਅਸੀਂ ਆ ਜਿਹੜਾ ਉਹ ਗਰਦ 'ਚ ਚਲੇ ਜਾਵਾਂਗੇ। ਸੋ ਲੜਾਈ ਸੱਚੀ ਮੁੱਚੀ ਆ ਜਿਹੜੀ, ਇਹ ਲੜਾਈ ਪੰਜਾਬ ਅਤੇ ਸਿੱਖੀ ਦੀ ਹੋਂਦ ਦੀ ਆ ਜੀ। ਇਹ ਕਿਸਾਨੀ ਦੀ ਜਾਂ ਜਵਾਨੀ ਦੀ ਹੋਂਦ ਦੀ ਲੜਾਈ ਨਹੀਂ ਹੈ, ਇਹ ਪੰਜਾਬ ਅਤੇ ਸਿੱਖੀ ਦੀ ਹੋਂਦ ਦੀ ਲੜਾਈ ਆ। ਵੈਸੇ ਤਾਂ ਤੁਸੀਂ ਦੇਖੋਗੇ ਉਹਨਾਂ ਨੇ ਤਾਂ ਪੰਜਾਬ ਨੂੰ ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ ਬਰਬਾਦ ਕਰ ਹੀ ਦੇਣਾ, ਤਬਾਹ ਕਰ ਹੀ ਦੇਣਾ ਵਾ। 2035 ਤੱਕ ਜਿਹੜੇ ਸਾਡੇ ਜਲ ਮਾਹਰ ਨੇ ਉਹਨਾਂ ਨੇ ਇਹ ਗੱਲ ਕਹਿ ਹੀ ਦਿੱਤੀ ਹੋਈ ਆ ਪਹਿਲਾਂ ਕਿ ਪੰਜਾਬ 'ਚ ਪਾਣੀ ਨਹੀਂ ਰਹਿਣਾ, ਅਤੇ ਜਦੋਂ ਪਾਣੀ ਨਹੀਂ ਰਹੂਗਾ ਤਾਂ ਕਿਸਾਨੀ ਕਿੱਥੇ ਰਹੂਗੀ ਜੀ। ਸੋ ਇਹ ਜਿਹੜੀ ਪੰਜਾਬ ਦੀ ਕਿਸਾਨੀ ਆ, ਇਹਦੇ ਖਾਤਮੇ ਦਾ ਮੁੱਢ ਤਾਂ ਉਹਨਾਂ ਨੇ ਬੱਝਿਆ ਹੋਇਆ ਵਾ ਕਿ ਅੱਜ ਜਿਹੜਾ ਪੂਰੇ ਵਿਸ਼ਵ ਦੇ ਵਿੱਚ, ਜਿਹੜੀ ਵਿਸ਼ਵ ਦੇ ਵਿੱਚ ਮੰਡੀ ਬਣ ਰਹੀ ਆ, ਉਹਨਾਂ ਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਲੱਗਦਾ ਵਾ ਕਿ ਜੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਇਸ ਜ਼ੁਲਮ ਦੇ ਵਿਰੁੱਧ ਲੜਨ ਵਾਲੇ ਲੋਕ ਨੇ, ਉਹ ਸਿਰਫ ਅਤੇ ਸਿਰਫ ਸਿੱਖ ਆ ਜੀ। ਸੋ ਜਿਵੇਂ ਹੁਣ ਕੱਲ੍ਹ ਜੇ ਪੂਰੇ ਸੰਸਾਰ ਨੇ ਇਹ ਗੱਲ ਦੇਖ ਲਈ ਆ, ਸੰਸਾਰ 'ਚ ਕਿਤੇ ਵੀ ਬਿਪਤਾ ਪੈਂਦੀ ਆ ਤਾਂ ਲੰਗਰ ਲੈ ਕੇ ਪਹਿਲਾਂ ਸਿੱਖ ਜਾ ਖੜੇ ਹੁੰਦੇ ਆ। ਸੋ ਉਹਨੂੰ ਲੱਗਦਾ ਕਿ ਇਹ ਕੌਮ ਆ ਜਿਹੜੀ ਕਿਹੜੀ ਮਿੱਟੀ ਦੀ ਬਣੀ ਹੋਈ ਆ। ਸੋ ਇਸ ਕਰਕੇ ਇਸ ਕੌਮ 'ਤੇ ਜਿਹੜੇ ਹੱਲੇ RSS ਵੱਲੋਂ ਕੀਤੇ ਜਾ ਰਹੇ ਆ ਜਾਂ ਦੂਜੀਆਂ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਕੀਤੇ ਜਾ ਰਹੇ ਆ, ਇਹ ਉਹਨਾਂ ਦੇ ਵਿੱਚੋਂ ਹੀ ਇੱਕ ਹੱਲਾ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰ ਦਿਓ ਕਿ ਪੰਜਾਬ ਦੀ ਜਵਾਨੀ ਜਿਹੜੀ ਪਹਿਲਾਂ ਹੀ ਵਿਦੇਸ਼ਾਂ 'ਚੋਂ ਭੱਜ ਚੁੱਕੀ ਆ, ਉਹ ਰਹਿੰਦ ਖੂੰਹਦ ਆ ਜਿਹੜੀ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਭੱਜ ਜਾਵੇ। ਪੰਜਾਬ ਆ ਜਿਹੜਾ ਉਹਨੂੰ ਖਾਲੀ ਕਰ ਦਿਓ, 10 ਲੱਖ ਭਈਆ ਪੰਜਾਬ 'ਚ ਵਾੜ ਦਿਓ। ਸੋ ਇਹ ਸਾਰੇ ਮਨਸੂਬੇ ਨੇ, ਬੜੇ ਗੈਰ ਗੰਭੀਰ ਮਨਸੂਬੇ ਨੇ। ਪੰਜਾਬ 'ਚੋਂ ਊੜਾ ਖਤਮ ਕੀਤਾ ਜਾ ਰਿਹਾ, ਪੰਜਾਬ 'ਚੋਂ ਜੂੜਾ ਖਤਮ ਕੀਤਾ ਜਾ ਰਿਹਾ, ਅਤੇ ਫਿਰ ਅਸੀਂ ਇਸ ਨੂੰ ਇਕੱਲੀਆਂ ਫਸਲਾਂ ਨੂੰ ਨਾਲ ਕਿਉਂ ਜੋੜ ਕੇ ਦੇਖਦੇ ਹਾਂ। ਸੋ ਜਿੱਥੋਂ ਤੱਕ ਸਾਨੂੰ ਜੋੜਨ ਦੀ ਗੱਲ ਆ ਕਿ ਗੱਲ ਸਾਡੇ ਸਿਧਾਂਤਾਂ ਦੀ ਆ, ਗੱਲ ਸਾਡੇ ਅਸੂਲਾਂ ਦੀ ਆ, ਗੱਲ ਉਹਨਾਂ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੇ ਇੰਨੇ 100 ਸਾਲ ਪਹਿਲਾਂ ਇਸ ਗੱਲ ਨੂੰ ਬਾਚ ਲਿਆ ਸੀ, ਇਸ ਗੱਲ ਨੂੰ ਪਰਖ ਲਿਆ ਸੀਗਾ ਕਿ ਉਹਨਾਂ ਨੇ ਜਿਹੜੇ ਮਜਾਰੇ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਜੀ। ਕਿ ਇਹ ਜਿਹੜੀ ਹਮ ਰਾਖਤ ਪਾਤਸ਼ਾਹੀ ਦਾਵਾ ਦੀ ਗੱਲ ਆ ਜਿਹੜੀ, ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਲਾਈਨ 'ਤੇ ਸਿੱਖੀ ਨੂੰ ਚੜ੍ਹਾਤਾ ਜੀ। ਸੋ ਅੱਜ ਉਸ ਲਾਈਨ ਤੋਂ ਹੀ ਸਾਨੂੰ ਲਾਉਣ ਦੇ ਯਤਨ ਨੇ ਜੀ ਕਿ ਜਦੋਂ ਅਸੀਂ ਬਿਲਕੁਲ ਸਾਡੇ ਜਿਹੜੀ ਖੋਪੜੀ ਦੇ ਵਿੱਚ ਜਿਹੜੀ ਸਾਡੇ ਬੜੀ ਹੋਈ ਹੈ ਨਾ ਵੀ ਅਸੀਂ ਹਮ ਰਾਖਤ ਪਾਤਸ਼ਾਹੀ ਦਾਵਾ, ਜਦੋਂ ਤੱਕ ਸਾਡੀ ਖੋਪੜੀ 'ਚੋਂ ਇਹ ਗੱਲ ਨਹੀਂ ਨਿਕਲਦੀ ਵੀ ਸਾਡੀਆਂ ਜ਼ਮੀਨਾਂ ਹੀ ਖੋਲੀਆਂ, ਅਸੀਂ ਤਾਂ ਮਜਾਰੇ ਬਣਾਤੇ, ਅਸੀਂ ਗੁਲਾਮ ਬਣਾਤੇ, ਇਹ ਸਿਰਫ ਸਾਰੀ ਖੇਡ ਆ ਜਿਹੜੀ, ਇਹ ਉਸ ਪਾਸੇ ਦੀ ਖੇਡ ਆ। ਸੋ ਗੱਲ ਵੱਖਰੀ ਆ ਕਿ ਅਸੀਂ ਇਹਨੂੰ ਅਜੇ ਨਹੀਂ ਸਮਝ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਣਾ। ਇਹਦੇ ਵਿੱਚ ਵੀ ਜਿਹੜਾ ਕੁਛ ਦੇਖਿਆ ਜਾ ਰਿਹਾ ਹੀਰਾ ਸਾਹਿਬ, ਉਹ 2022 ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀ ਮਤਲਬ ਜਿਹੜੀਆਂ ਸਿਆਸੀ ਧਿਰਾਂ ਨੇ, ਚਾਹੇ ਉਹ ਸਿੱਖਾਂ ਦੀਆਂ ਵੀ ਨੇ ਜਿਹੜੀਆਂ, ਉਹਨਾਂ ਦੀ ਨਿਗਾਹ ਵੀ ਉੱਥੇ ਜਾ ਕੇ ਖੜ੍ਹ ਜਾਂਦੀ ਹੈ 2022 'ਤੇ ਜਾ ਕੇ। ਅਤੇ ਅਕਾਲੀ ਦਲ ਵੀ ਜੇ ਆਪਾਂ ਕਹਿ ਦਈਏ, ਆਪਾਂ ਇਹੀ ਜ਼ਿਆਦਾਤਰ ਮੰਨਦੇ ਹਾਂ ਵੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਬਾਅਦ ਅਕਾਲੀ ਦਲ ਲੀਹਾਂ ਤੋਂ ਥਿੜਕ ਗਿਆ। ਜਿਹੜੇ ਬਾਦਲ ਪਰਿਵਾਰ ਦੇ ਐਂਟੀ ਪੰਥਕ ਆਗੂ ਕਹਾਉਂਦੇ ਨੇਗੇ ਜਾਂ ਐਂਟੀ ਉਹਨਾਂ ਤੋਂ ਲੌਬੀ ਹੈਗੀ, ਉਹਨਾਂ ਦੀ ਨਿਗਾਹ ਵੀ ਤੇ 2022 'ਤੇ ਹੀ ਹੈ। ਫਿਰ ਆਹ ਜਿਹੜਾ ਸੰਘਰਸ਼ ਚੱਲ ਰਿਹਾ, ਇਹਦੇ ਵਿੱਚ ਪੰਥ ਦੀ ਜਾਂ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੀ ਕੀ ਰੋਲ ਹੋਣਾ ਚਾਹੀਦਾ ਹੈ? ਦੇਖੋ, ਮੈਂ ਤਾਂ ਜਿਹੜੀ ਗੱਲ ਕੀਤੀ ਸੀ ਕਿ ਉਹਨਾਂ ਦਾ ਰੋਲ ਤਾਂ ਇਹ ਹੋਣਾ ਚਾਹੀਦਾ ਸੀਗਾ ਕਿ ਉਹ ਜਿਹੜੀਆਂ ਸਾਡੇ 'ਤੇ ਹਮਲਾ ਹੋਇਆ, ਮੈਂ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਕਿ ਪੰਜਾਬ 'ਤੇ ਸਿੱਖੀ 'ਤੇ ਜਿਹੜਾ ਹਮਲਾ ਹੋਇਆ, ਇਹਦਾ ਮੁਕਾਬਲਾ ਕਰਨ ਦੇ ਲਈ ਪੰਜਾਬ ਦੇ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਾਉਂਦੇ, ਪਰੰਤੂ ਉਹ ਧਿਰਾਂ ਤਾਂ ਦਿਖਾਈ ਨਹੀਂ ਦਿੰਦੀਆਂ ਕਿਤੇ। ਉਹ ਧਿਰਾਂ ਤਾਂ ਸਿਰਫ ਅਤੇ ਸਿਰਫ ਪਰਦੇ ਪਿੱਛੇ ਚਲੀਆਂ ਗਈਆਂ ਨੇ। ਜਿਹੜੀਆਂ ਧਿਰਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਆਉਣਾ ਸੀ ਵੀ ਜਿਹੜੇ ਜੋ ਕੁਝ ਸੰਤਾਂ ਨੇ ਕਿਹਾ ਸੀ ਅੱਜ ਸੱਚ ਹੋ ਰਿਹਾ ਵਾ ਜੀ। ਸੋ ਉਹ ਜਿਹੜੀ ਧਰਨਿਆਂ ਦੇ ਵਿੱਚ ਤਾਂ ਇਹ ਗੱਲ ਚੱਲ ਰਹੀ ਹੈ ਨਾ ਜੀ, ਧਰਨਿਆਂ ਦੇ ਵਿੱਚ ਜਿਹੜੇ ਆਮ ਲੋਕ ਬੈਠੇ ਨੇ ਉਹਨਾਂ ਨੂੰ, ਚਾਹੇ ਉੱਥੋਂ ਮਤਲਬ ਜਿਹੜੇ ਬੁਲਾਰੇ ਨੇ ਉਹ ਲੱਖ ਉੱਥੋਂ ਮਾਰਕਸੀ ਵਿਚਾਰਧਾਰਾ ਦੀ ਗੱਲ ਕਰੀ ਜਾਣ, ਲੱਖ ਉਹ ਕਿਸੇ ਲੈ ਲੈਣਵਾਦ ਦੀਆਂ ਗੱਲਾਂ ਕਰੀ ਜਾਣ, ਪਰ ਉਹਨਾਂ ਦੇ ਵਿੱਚ ਜਿਹੜੀ ਚਰਚਾ ਹੁੰਦੀ ਹੈ ਇਸ ਵੇਲੇ, ਜਦੋਂ ਮੈਂ ਵੀ ਧਰਨਿਆਂ ਦੇ ਵਿੱਚ ਜਾ ਕੇ ਰਾਤਾਂ ਨੂੰ ਬੈਠ ਕੇ ਵੀ ਦੇਖਿਆ ਉਹਨਾਂ ਲੋਕਾਂ ਨਾਲ, ਉੱਥੇ ਚਰਚਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਅਨੰਦਪੁਰ ਦੇ ਮਤੇ ਦੀ ਜਾਂ ਉਹ ਪਿਛਲੇ ਐਜੀਟੇਸ਼ਨ ਦੀ ਹੋ ਰਹੀ ਹੈ। ਪਰ ਉਹ ਥੱਲੇ ਦਾ ਜਿਹੜੀ ਹੋ ਰਹੀ ਹੈ, ਉਹ ਮਤਲਬ ਜਿਹੜੇ ਆਗੂ ਨੇ ਉਹ ਸਾਡੇ ਨਾਲ, ਉਹੀ ਤਾਂ ਮੈਂ ਗੱਲ ਕਰਦਾ ਜਿਹੜੇ ਸਾਡੇ ਆਗੂ ਨੇ ਉਹ ਪਰਦੇ ਦੇ ਪਿੱਛੇ ਨੇ ਜੀ। ਜਿਹੜਾ ਆਮ ਸਿੱਖ ਆ, ਜਿਹੜਾ ਕਿਰਤੀ ਸਿੱਖ ਆ, ਖਾਸ ਕਰਕੇ ਜੀ ਕਿਰਤੀ ਸਿੱਖ ਆ ਕਿ ਉਹਦੇ ਮਨ ਦੇ ਵਿੱਚ ਸਿੱਖੀ ਭਾਵਨਾ ਜੀ, ਉਹ ਇਸ ਸਾਰੀ ਗੱਲ ਨੂੰ ਕਿਤੇ ਨਾ ਕਿਤੇ ਅੰਦਰੋਂ ਅੰਦਰੀ ਆ ਜਿਹੜਾ ਉਹਦਾ ਭਾਵਨਾਵਾਂ ਨਾਲ ਜੁੜਦੀ ਆ ਗੱਲ ਜਾ ਕੇ ਜੀ ਕਿ ਆਹ ਜੋ ਕੁਝ ਸਾਡੇ ਨਾਲ ਹੋ ਰਿਹਾ ਇਹਦੇ ਪਿੱਛੇ ਸਾਡੀ ਗੁਲਾਮੀ ਆ। ਜੇ ਅਸੀਂ ਆਜ਼ਾਦ ਹੁੰਦੇ,
ਜਾਂ ਜਿਹੜੀ ਅਸੀਂ ਗੱਲ ਕਰ ਲਈਏ ਅਨੰਦਪੁਰ ਸਾਹਿਬ ਦੇ ਮਤੇ ਦੀ, ਜੇ ਅਸੀਂ ਉਹ ਮਤਾ ਹੀ ਪਾਸ ਕਰਵਾਇਆ ਹੁੰਦਾ ਤਾਂ ਜੋ ਕੁਝ ਅੱਜ ਸਾਡੇ ਨਾਲ ਹੋ ਰਿਹਾ ਇਹ ਨਾ ਹੋਇਆ ਹੁੰਦਾ। ਜੀ ਜੀ। ਸੋ ਅੱਜ ਮਤਲਬ ਕੇਂਦਰ ਦੀ ਸਰਕਾਰ ਨੇ ਜਿਵੇਂ ਚਾਹਿਆ ਉਹ ਕਰੀ ਜਾਂਦੀ ਆ, ਕੱਲ੍ਹ ਨੂੰ ਵੀ ਜਿਵੇਂ ਉਹ ਚਾਹੂਗੀ ਕਰੀ ਜਾਊਗੀ। ਸੋ ਇਹਦੇ ਪਿੱਛੇ ਹੈ ਜਿਹੜੀ ਗੁਲਾਮੀ ਦੀ ਭਾਵਨਾ ਵਾ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ ਵੀ ਇਹ ਸਾਰੇ ਕਾਰਨ ਨੇ ਜਿਹੜੇ ਉਹਦੇ ਪਿੱਛੇ ਗੁਲਾਮੀ ਲੁਕੀ ਹੋਈ ਆ। ਸੋ ਜਿਹੜਾ ਆਮ ਸਿੱਖ ਆ ਉਹ ਇਹ ਗੱਲ ਨੂੰ ਧਰਨੇ 'ਤੇ ਬੈਠਾ ਮਹਿਸੂਸ ਕਰਦਾ ਜੀ, ਬਿਲਕੁਲ। ਪਰੰਤੂ ਉਹਨੂੰ ਅਗਵਾਈ ਦੇਣ ਵਾਲੇ ਆ ਜਿਹੜੇ ਉਹ ਪਰਦੇ ਦੇ ਪਿੱਛੇ ਆ ਜੀ। ਸੋ ਇਸ ਕਰਕੇ ਜਿਹੜੀ ਉਹ ਗੱਲ ਆ ਉਹ ਉੱਭਰ ਕੇ ਸਾਹਮਣੇ ਨਹੀਂ ਆ ਰਹੀ ਜੀ। ਹੁਣ ਉਹਨਾਂ ਦੇ ਵਿੱਚ ਵੀ ਜਿਹੜੇ ਮਤਲਬ ਜੇ ਆਪਾਂ ਕਹਿ ਦਈਏ ਦੂਸਰੀ ਤੀਸਰੀ ਕਤਾਰ ਦੇ ਆਗੂ ਨੇ, ਜਿਹੜੇ ਤੀਸਰੀ ਚੌਥੀ ਕਤਾਰ ਦੇ ਆਗੂ ਨੇ ਇਹਨਾਂ ਕਿਸਾਨ ਜਥੇਬੰਦੀਆਂ ਦੇ, ਉਹ ਵੀ ਕਿਤੇ ਨਾ ਕਿਤੇ ਆਪਣੇ ਜਦੋਂ ਉਹਨਾਂ ਦੀਆਂ ਤਕਰੀਰਾਂ ਸੁਣਦੇ ਉਹ ਕਹਿ ਜਾਂਦੇ ਨੇਗੇ ਵੀ ਯਾਰ ਇਹ ਤਾਂ ਅਸੀਂ ਅੱਡ ਹੀ ਕਰ ਦਿਓ ਸਾਨੂੰ ਜੇ ਸਾਡੇ ਨਾਲ ਹਾਲਤ ਕਰਨੀ ਹੈ। ਪਰ ਉਹਨਾਂ ਦੇ ਜਿਹੜਾ ਐਕਚੁਅਲੀ ਇਸ ਮੂਵਮੈਂਟ ਨੂੰ ਚਲਾ ਰਹੇ ਲੌਬੀ ਹੈਗੀ ਉਹ ਕੁਛ ਹੋਰ ਸੋਚ ਰਹੀ ਆ, ਉਹਦਾ ਕੁਛ ਮੋਟਿਵ ਹੋਰ ਹੈ। ਉਹ ਸਿਰਫ ਤੇ ਸਿਰਫ ਗੱਲ ਰੈਤਾਂ ਦੀ ਕਰਦੀ ਹੈ, ਗੱਲ ਉੱਥੇ ਹੀ ਖੜੀ ਹੈ। ਗੱਲ ਮਤਲਬ ਜਿਹੜੀ ਤੁਸੀਂ ਗੱਲ ਕਰਦੇ ਹੋ ਇਸ ਵੇਲੇ ਇਹ ਪੂਰੀ ਦੀ ਪੂਰੀ ਬਣੀ ਬਣਾਈ ਮੂਵਮੈਂਟ ਨੂੰ ਆਗੂ ਕਿਵੇਂ ਮਿਲੇ? ਮਤਲਬ ਕਹਾਣੀ ਤਾਂ ਇੱਥੇ ਆ ਕੇ ਖੜੀ ਆ ਉਹ। ਨਹੀਂ ਦੇਖੋ ਸੰਧੂ ਸਾਹਿਬ, ਗੱਲ ਆ ਜਿਹੜੀ ਉਹ ਇਹ ਖੜੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਇਹਨਾਂ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਕਿਸੇ ਧਰਨੇ 'ਚ ਕਿਸੇ ਨੇ ਇਹ ਗੱਲ ਕਹੀ ਆ ਵੀ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਅਮਾਨਤ ਆ ਜੀ, ਅਸੀਂ ਤਾਂ ਅਮਾਨਤ ਦੀ ਰਾਖੀ ਕਰਨੀ ਆ ਜੀ, ਕਿਸੇ ਨੇ ਕਿਹਾ ਜੀ। ਸੋ ਕਿਉਂਕਿ ਉਹਨਾਂ ਨੇ ਸਾਡੀ ਭਾਵਨਾ ਉੱਧਰ ਜਾਣ ਹੀ ਨਹੀਂ ਦੇਣੀ ਜੀ। ਉਹਨਾਂ ਦਾ ਏਜੰਡਾ ਨਹੀਂ ਨਾ ਜੀ, ਉਹਨਾਂ ਦਾ ਏਜੰਡਾ ਨਹੀਂ, ਉਹ ਤਾਂ ਸਿਰਫ ਆਰਥਿਕ ਏਜੰਡੇ ਤੇ ਖੜੇ ਹੈਗਾ ਜੀ ਜੀ। ਸੋ ਉਹ ਗੱਲ ਆਰਥਿਕ ਏਜੰਡੇ ਦੀ ਨਹੀਂ ਹੈ, ਗੱਲ ਸਾਡੀ ਸਾਡੀ ਜਜ਼ਬਾਤ ਨੇ ਜਾਂ ਜਿਹੜਾ ਸਾਡਾ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਹਮ ਰਾਖਸ਼ ਪਾਤਸ਼ਾਹੀ ਦਾਅਵੇ ਵਾਲੀ ਆ, ਗੱਲ ਤਾਂ ਉਹਦੀ ਆ। ਪਰੰਤੂ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਆਗੂ ਕਿਵੇਂ ਲੱਭੂਗਾ, ਆਗੂ ਤਾਂ ਹੀ ਲੱਭੂਗਾ ਜੇ ਆਗੂ ਅੱਗੇ ਆਉਣ। ਕਿਉਂਕਿ ਆਗੂ ਜਿਹੜਾ ਇਸ ਵੇਲੇ ਇਸ ਗੱਲ ਨੂੰ ਉਭਾਰਦਾ ਉਹਦੇ 'ਤੇ ਸਰਕਾਰ ਆ ਜਿਹੜੀ ਉਹ ਵੀ ਝਪਟਾ ਮਾਰੂਗੀ। ਉਹਦੇ 'ਤੇ ਜਿਹੜੀਆਂ ਇਹ ਖੱਬੇ ਧਿਰਾਂ ਨੇ ਜਿਹੜੀਆਂ ਅੱਗੇ ਹੋ ਕੇ ਬੈਠੀਆਂ ਧਰਨੇ ਲਾ ਕੇ ਬੈਠੀਆਂ ਨੇ ਇਹ ਵੀ ਝਪਟਾ ਮਾਰਨਗੀਆਂ। ਬਿਲਕੁਲ, ਉਹ ਤੁਹਾਡੀ ਗੱਲ ਤੁਸੀਂ ਪਹੁੰਚ ਗਏ ਉੱਥੇ ਜਿੱਥੇ ਮੈਂ ਤੁਹਾਨੂੰ ਗੱਲ ਕਰਨੀ ਲਿਜਾਣੀ ਚਾਹੁੰਦਾ ਸੀਗਾ, ਤੁਸੀਂ ਉੱਥੇ ਚਲੇ ਗਏ ਹੋ। ਗੱਲ ਆਪਾਂ ਸੰਭੂ ਮੋਰਚੇ ਤੇ ਲੈ ਜਾਂਦੇ ਹੈਗੇ, ਉੱਥੇ ਇਹ ਗੱਲ ਹੋ ਰਹੀ ਹੈ ਜਿਹੜੀ ਗੱਲ ਤੁਸੀਂ ਵਿਚਾਰਧਾਰਾ ਦੀ ਗੱਲ ਕਰਦੇ ਹੋ, ਉੱਥੇ ਹਮ ਰਾਖਤ ਪਾਤਸ਼ਾਹੀ ਦਾਅਵੇ ਦੀ ਗੱਲ ਹੁੰਦੀ ਹੈਗੀ। ਉਹਨੂੰ ਮਤਲਬ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਕੰਡੈਮ ਕਰ ਰਹੀਆਂ ਨੇਗੀਆਂ ਤੇ ਸ਼ਾਇਦ ਤੁਹਾਡੇ ਵਾਲੀ ਗੱਲ ਆ ਵੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਰੜਕਣਾ ਸ਼ੁਰੂ ਹੋ ਗਿਆ। ਜੇ ਨਹੀਂ ਹੋਇਆ ਤਾਂ ਹੋ ਜਾਣਾਗਾ, ਅਵਲ ਤਾਂ ਰੜਕ ਰਹੇ ਨੇ। ਸੋ ਦੇਖੋ, ਜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਗੱਲ ਕਰ ਰਹੇ ਆ, ਉਹ ਬਲਵਿੰਦਰ ਦਾ ਕਤਲ ਹੋਇਆ ਵਾ ਤੇ ਉਹਦੇ ਪਿੱਛੇ ਵੀ ਕੁਛ ਤਾਂ ਹੈਗਾ ਨਾ ਜੀ ਜੀ। ਸੋ ਕਿਤੇ ਨਾ ਕਿਤੇ ਦੇਖੋ ਤੁਸੀਂ ਇਹ ਜਿਹੜੇ ਬਾਣੀਆ ਕੌਮ ਆ ਇਹ ਬੜੀ ਸ਼ੈਤਾਨ ਮਕਾਰ ਹੁੰਦੀ ਆ। ਮੋਦੀ ਕੇ ਆ, RSS ਵਾਲੇ ਮੋਹਨ ਭਾਗਵਤ ਕੇ ਆ, ਉਹ ਸਾਡੇ ਤੋਂ 100 ਸਾਲ ਅੱਗੇ ਸੋਚ ਰਹੇ ਆ। ਅਸੀਂ ਤਾਂ ਉੱਥੇ ਤੱਕ ਜਾਂਦੇ ਹੀ ਨਹੀਂ। ਸੋ ਜੇ ਇਸ ਗੱਲ ਨੂੰ 2024 ਆ ਜਿਹੜੀ ਉਹ ਵੀ ਕੋਈ ਬਹੁਤ ਹੀ ਦੂਰ ਨਹੀਂ ਹੈ, ਠੀਕ ਹੈ 3 ਸਾਲ ਦਾ ਵਕਫਾ ਵਿੱਚ, ਪਰੰਤੂ ਬਹੁਤ ਹੀ ਦੂਰ ਨਹੀਂ ਹੈ। ਸੋ ਇਸ ਵੇਲੇ ਮੁਸਲਿਮ ਭਾਈਚਾਰਾ ਜਿਹੜਾ ਉਹ ਤਾਂ ਸਿਰ ਸੁੱਟ ਗਿਆ, ਸਰੈਂਡਰ ਕਰ ਗਿਆ ਪੂਰੀ ਤਰ੍ਹਾਂ। ਉਹਦੇ 'ਚ ਉਹਨਾਂ ਨੂੰ ਕੁਛ ਲੈਣ ਦੇਣ ਨੂੰ ਨਹੀਂ ਹੈ ਜੀ ਕਿ ਉਹਨਾਂ ਨੂੰ ਕੁੱਟ ਕੇ ਉਹਨਾਂ ਨੂੰ ਕੁਛ ਹੋਰ ਮਿਲ ਜੂਗਾ, ਹੋਰ ਕੁੱਟ ਕੇ ਹੋਰ ਕੁਛ ਮਿਲ ਜੂਗਾ। ਉਹਨਾਂ ਦਾ ਤਾਂ ਜੀ ਉਹ ਫਾਇਦਾ ਉਠਾ ਰਹੇ ਨੇ ਹੁਣ, ਉਹਨਾਂ ਦੇ ਨਾਂ ਤੇ ਤਾਂ ਡਰਾ ਕੇ ਵੋਟਾਂ ਲੈਣੀਆਂ ਉਹਨਾਂ ਨੇ ਹਿੰਦੂਆਂ ਨੂੰ। ਉਹਨਾਂ ਦਾ ਉਹਨਾਂ ਕੋ ਮਤਲਬ ਸਹਿਕਦੇ ਵੀ ਰੱਖਣਗੇ। ਮੈਂ ਤਾਂ ਇਹ ਸੋਚਦਾ ਵੀ ਹਿੰਦੂ ਉਹਨਾਂ ਤੋਂ ਡਰਨ ਵਾਲੀ ਸਥਿਤੀ 'ਚ ਹੀ ਨਹੀਂ ਰਹੇ। ਉਹਨਾਂ ਲਈ ਤਾਂ ਮੁਸਲਮਾਨ ਨੂੰ ਕੋਈ ਚੀਜ਼ ਹੀ ਨਹੀਂ ਰਿਹਾ। ਜਿਨ੍ਹਾਂ ਨੇ ਇੰਨਾ ਸਿਰ ਸਿੱਟਦਾ ਹੈਗਾ ਉਹ ਇਸ ਵੇਲੇ ਜੇ ਉਹਨਾਂ ਨੇ ਡਰਾਉਣਾ ਵਾ ਤਾਂ ਸਿੱਖਾਂ ਨੂੰ ਅੱਗੇ ਲਿਆ ਕੇ ਡਰਾਉਣਾ ਜੀ ਜੀ ਜੀ। ਜਿਹੜੀ 84 'ਚ ਖੇਡ ਇਹਨਾਂ ਨੇ ਖੇਡੀ ਆ ਉਹੀ ਖੇਡ ਇਹਨਾਂ ਨੇ ਦੁਬਾਰਾ ਖੇਡਣੀ ਆ। ਸਿੱਖਾਂ ਨੂੰ ਫਿਰ ਅੱਗੇ ਲਿਆ ਕੇ ਇਹਨਾਂ ਨੇ ਡਰਾਉਣਾ ਵਾ ਦੇਸ਼ ਨੂੰ ਕਿ ਸਿੱਖ ਆ ਜਿਹੜੇ ਉਹ ਆਪਣਾ ਖਾਲਿਸਤਾਨ ਮੰਗਦੇ ਆ, ਉਹ ਆਪਣੀ ਆਜ਼ਾਦੀ ਮੰਗਦੇ ਨੇ। ਉਹ ਦੇਖੋ ਮਤਲਬ ਸਰਕਾਰ ਨੂੰ ਕਿਸੇ ਵੱਟੇ ਨਹੀਂ ਪੁੱਛਦੇ ਹੈਗੇ। ਸੋ ਇਹ ਜਿਹੜੀ ਆ ਅੱਜ ਗੱਲਾਂ ਹੋ ਰਹੀਆਂ ਨੇ, ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਕੇ ਉਹੀ ਜਿਹੜਾ ਸਥਿਤੀ ਸੀ ਉਹਨੂੰ ਦੁਬਾਰਾ ਪੈਦਾ ਕਰਨਾ, ਉਹਨੂੰ ਦੁਬਾਰਾ ਇਤਿਹਾਸ ਨੂੰ ਮੋੜ ਕੇ ਲਿਆਉਣਾ ਇਹਨਾਂ ਨੇ। ਸੋ ਇਹ ਉਹ ਸੋਚ ਰਹੇ ਨੇ ਜਿਹੜੇ ਹਿੰਦੂਤਵੀ ਲੋਕ ਨੇ, ਜਿਹੜੀਆਂ ਹਿੰਦੂਤਵੀ ਮੋਦੀ ਕੇ ਜਾਂ ਭਾਗਵਤ ਕੇ ਨੇ, ਉਹ ਇਹ ਸੋਚ ਰਹੇ ਨੇ ਕਿ ਇਹ ਜਿਹਾ ਮਾਹੌਲ ਜਿਹੜਾ 2-3 ਸਾਲਾਂ 'ਚ ਸਿਰਜ ਜੀਏ ਕਿ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾ ਕੇ ਜਿਹੜੀ 24 ਵੇਲੇ ਸਾਡੀ ਕੁਰਸੀ ਹੈ ਜਿਹੜੀ ਉਹ ਬਰਕਰਾਰ ਰਹੇ। ਅਖੀਰ ਨੂੰ ਕਹਾਣੀ ਇਹ ਆ ਜੀ, ਅਖੀਰ ਨੂੰ ਇਹ ਜਿਹੜਾ ਜੋ ਵੀ ਸੰਘਰਸ਼ ਚੱਲ ਰਿਹਾ ਵਾ ਇਹਨੂੰ ਕਿਹੜੀ ਰੂਪ ਰੇਖਾ ਦੇਣੀ ਆ, ਇਹ ਮੋਦੀਕਿਆਂ ਨੇ ਦੇਣੀ ਆ,
ਨਾ ਕਿਸਾਨਾਂ ਨੇ ਦੇਣੀਆਂ, ਨਾ ਕੈਪਟਨ ਨੇ ਦੇਣੀਆਂ, ਨਾ ਸਾਡੀਆਂ ਧਿਰਾਂ ਨੇ ਦੇਣੀਆਂ, ਕਿਸੇ ਨੇ ਨਹੀਂ ਦੇਣੀ ਜੀ। ਇਹਨੂੰ ਦਿਸ਼ਾ ਜਿਹੜੀ ਉਹ ਮੋਦੀ ਕਿਆ ਨੇ ਦੇਣੀ ਹੈ, ਕਿੱਧਰਲੇ ਪਾਸੇ ਉਹਨਾਂ ਨੇ ਲੈ ਕੇ ਜਾਣਾ। ਸੋ ਮੈਂ ਜਿਹੜਾ ਮਹਿਸੂਸ ਕਰਦਾ ਵਾਂ, ਹੋ ਸਕਦਾ ਮੇਰੇ ਅੰਦਾਜ਼ੇ ਗਲਤ ਵੀ ਹੋਣ, ਪਰ ਜਿਹੜਾ ਮੈਂ ਮਹਿਸੂਸ ਕਰਦਾ ਕਿ ਆਖਰ ਨੂੰ ਗੱਲ ਉੱਥੇ ਹੀ ਆ ਜਾਣੀ ਹੈ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਹੀ ਸੀ ਕਿ ਸਿੱਖਾਂ ਨੂੰ ਆ ਜਿਹੜਾ ਇਹਨਾਂ ਨੇ ਮਤਲਬ ਬਲੀ ਦੇ ਬੱਕਰੇ ਬਣਾਉਣਾ, ਅੱਜ ਬਣਾ ਲੈਣ, ਕੱਲ੍ਹ ਬਣਾ ਲੈਣ, ਜਦੋਂ ਉਹਨਾਂ ਨੂੰ ਲੋੜ ਮਹਿਸੂਸ ਹੋਊਗੀ ਕਿ ਇਹਨਾਂ ਨੂੰ ਬਲੀ ਦੇ ਬੱਕਰੇ ਬਣਾ ਕੇ ਸਾਡਾ ਰਾਜਸੀ ਲਾਹਾ ਹੁੰਦਾ, ਉਦੋਂ ਗੱਲ ਆ ਜਿਹੜੀ ਉਸ ਪਾਸੇ ਲੈ ਕੇ ਹੀ ਜਾਣੀ ਆ। ਜੀ ਜੀ, ਇਹ ਗੱਲ ਉਸ ਪਾਸੇ ਵੱਲ ਤੁਰੀ ਹੋਈ ਹੈਗੀ। ਹੁਣ ਇਸ ਸਥਿਤੀ ਦੇ ਵਿੱਚ ਕੌਮ ਕੀ ਕਰੇ, ਕੌਮ ਕੀ ਕਰੇ, ਕਿਹਦੇ ਮੂੰਹ ਵੱਲ ਦੇਖੇ? ਹੁਣ ਇਹ ਵੀ ਤਾਂ ਇੱਥੇ ਬਹੁਤ ਵੱਡਾ ਰੌਲਾ ਨਾ, ਜਿਹੜੀ ਤੁਸੀਂ ਸੋਚਦੇ ਹੋ ਇਹ ਸੋਚ ਤਕਰੀਬਨ ਮਤਲਬ ਤੁਹਾਡੀ ਆ, ਬਹੁਤ ਵੱਡਾ ਤਬਕਾ ਸੋਚ ਰਿਹਾ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਵੀ ਆਉਣ ਵਾਲਾ ਸਮਾਂ ਜਿਹੜਾ ਕੌਮ ਲਈ ਭਿਆਨਕ ਸਮਾਂ ਹੈਗਾ, ਉਸ ਪਾਸੇ ਵੱਲ ਹਾਲਾਤ, ਮਾੜੇ ਹਾਲਾਤ ਆ ਜਿਹੜੇ ਕੌਮ ਲਈ ਪੈਦਾ ਕੀਤੇ ਜਾ ਰਹੇ ਆ, ਪਰ ਕੌਮ ਕੋਲੇ ਰਾਹ ਕੋਈ ਨਹੀਂ ਦਿਸ ਰਿਹਾ ਹੁਣ। ਨਹੀਂ ਦੇਖੋ ਸੰਧੂ ਸਾਹਿਬ, ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਇਸ ਸੋਚ ਦੇ ਜਿੰਨੇ ਵੀ ਸਿੱਖ ਨੇ, ਗਿਣਤੀ ਚਾਹੇ ਉਹਨਾਂ ਦੀ 1000 ਆ ਚਾਹੇ 10,000 ਆ, ਗਿਣਤੀ ਦੀ ਕੋਈ ਗੱਲ ਨਹੀਂ ਹੈਗੀ। ਜੀ ਜੀ, ਠੀਕ ਹੈ। ਸੋ ਜਿੰਨੇ ਵੀ ਇਸ ਸੋਚ ਦੇ ਸਿੱਖ ਨੇ ਕਿ ਸਿੱਖੀ ਦੀ ਹੋਂਦ ਤੇ ਪੰਜਾਬ ਦੀ ਹੋਂਦ ਆ ਜਿਹੜੀ ਉਹ ਖਤਰੇ 'ਚ ਆ, ਕਾਰਨ ਉਹਦੇ ਕਈ ਵੀ ਗਿਣਾਏ ਜਾ ਸਕਦੇ ਨੇ ਕਿਉਂ ਆ। ਸੋ ਜੇ ਉਹ ਇਕੱਠੇ ਹੋ ਜਾਣ, ਜੇ ਇਸ ਆਵਾਜ਼ ਨੂੰ ਬੁਲੰਦ ਕੀਤਾ ਜਾਵੇ, ਇਸ ਆਵਾਜ਼ ਨੂੰ ਅਸੀਂ ਦੁਨੀਆ ਤੱਕ ਲੈ ਕੇ ਜਾ ਸਕੀਏ, UN ਤੱਕ ਲੈ ਕੇ ਜਾ ਸਕੀਏ, ਜੇ ਅਸੀਂ ਇਸ ਆਵਾਜ਼ ਨੂੰ ਦੁਨੀਆ ਤੱਕ ਲੈ ਗਏ ਤਾਂ ਫਿਰ ਮੋਦੀ ਕਿਆਂ ਨੂੰ ਇੰਨਾ ਸੌਖਾ ਨਹੀਂ ਸਿੱਖ ਨੂੰ ਨਿਗਲਣਾ ਜੀ। ਸੋ ਇਸ ਵੇਲੇ ਸਾਡੀ ਸਭ ਤੋਂ ਵੱਡੀ ਅਹਿਮ ਗੱਲ ਆ ਸਾਡੇ ਲਈ, ਜਿਹੜੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਕਿ ਜੋ ਕੁਝ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਵਾਪਰਨ ਵਾਲਾ, ਅਸੀਂ ਉਸ ਨੂੰ ਅਗਾਊਂ ਰੂਪ ਦੇ ਵਿੱਚ ਹੀ ਪੂਰੀ ਦੁਨੀਆ ਤੱਕ ਲੈ ਕੇ ਜਾਈਏ। ਜੀ ਜੀ। ਸੋ ਦਰਸ਼ਕੋ, ਹੇਰਾ ਸਾਹਿਬ ਨੇ ਜਿਹੜੀਆਂ ਗੱਲਾਂ ਸਾਡੇ ਨਾਲ ਸਪਸ਼ਟ ਤੌਰ 'ਤੇ ਕੀਤੀਆਂ ਨੇ, ਜਿਹੜਾ ਹਾਲਾਤ ਨੇ ਉਹਨਾਂ ਦਾ ਵੀ ਜਿਹੜਾ ਤਬਸਰਾ ਉਹ ਬੜੇ ਡੂੰਘੇ ਅਤੇ ਬੜੇ ਜਿਹੜੇ ਤਿੱਖੀ ਨਜ਼ਰ ਦੇ ਨਾਲ ਦੇਖਿਆ ਇਹਨਾਂ ਨੇ, ਉਹਨਾਂ ਨੂੰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਦੇ ਨਾਲ ਨਾਲ ਜਿਹੜੇ ਆਉਣ ਵਾਲਾ ਸਮਾਂ ਉਹਨੂੰ ਵੀ ਦਰਸਾਇਆ। ਇਸ ਗੱਲਬਾਤ ਦੇ ਵਿੱਚੋਂ ਜਿਹੜੀ ਵੱਡੀ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਇਹ ਜਿਹੜਾ ਹਮਲਾ ਇਹ ਕਿਸਾਨੀ 'ਤੇ ਨਹੀਂ, ਇਹ ਲੰਗਰ 'ਤੇ ਹੈ ਜਿਹੜਾ ਜਿੱਥੇ, ਕਿਉਂਕਿ ਜੇ ਕਿਸਾਨੀ ਨਹੀਂ ਰਹੀ ਤਾਂ ਸਿੱਖਾਂ ਕੋਲੋਂ ਲੰਗਰ ਖੋਹਿਆ ਤਾਂ ਜਾ ਸਕਦਾ, ਕਿਉਂਕਿ ਅੱਜ ਲੰਗਰ ਦੇ ਨਾਲ ਹੀ ਜੇ ਗੱਲ ਚੱਲਦੀ ਹੈਗੀ, ਕੋਵਿਡ ਦੇ ਵਿੱਚ ਚੱਲੀ ਆ, ਤਾਂ ਉਹ ਅਮਰੀਕਾ ਦਾ ਰਾਸ਼ਟਰਪਤੀ ਜੇ ਗੱਲ ਕਰਦਾ ਉਹ ਸਿੱਖਾਂ ਦੇ ਲੰਗਰ ਦੀ ਗੱਲ ਕਰਦਾ। ਦੁਨੀਆ ਦੇ ਵਿੱਚ ਸਿੱਖਾਂ ਦੇ ਲੰਗਰ ਦੀ ਗੱਲ ਚੱਲ ਪਈ ਤਾਂ ਸਿੱਖਾਂ ਦਾ ਲੰਗਰ ਕਿੱਥੋਂ ਖਤਮ ਕੀਤਾ ਜਾ ਸਕਦਾ ਹੈ ਹਿੰਦੁਸਤਾਨ ਦੇ ਵਿੱਚੋਂ? ਤਾਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਹਮਲਾ ਜਿਹੜਾ ਇਹ ਸਿੱਖਾਂ ਦੀ ਲੰਗਰ ਪ੍ਰਥਾ ਦੇ ਉੱਪਰ ਤੱਕ ਪਹੁੰਚ ਜਾਣਾ, ਜਦੋਂ ਕਿਸਾਨੀ ਨਾ ਰਹੀ ਤਾਂ ਲੰਗਰ ਵੀ ਨਹੀਂ ਰਹਿਣੇ ਹੈਗੇ। ਸੋ ਇਹਦੇ ਨਾਲ ਨਾਲ ਦੂਸਰੀ ਗੱਲ ਜਿਹੜੀ ਇੱਕ ਹੋਰ ਇਸ ਗੱਲਬਾਤ ਦੇ ਵਿੱਚੋਂ ਸਾਹਮਣੇ ਆਉਂਦੀ ਆ ਉਹ ਹੈ ਵੀ ਹਾਲਾਤ ਉਹੋ ਜਿਹੇ ਬਣੇ ਹੋਏ ਨੇ ਜਿਹੇ ਜਿਹੇ ਬੰਦਾ ਸਿੰਘ ਬਹਾਦਰ ਦੇ ਸਮੇਂ ਸੀ। ਲੋਕ ਜਾਗਰੂਕ ਨੇ, ਪਰ ਬੰਦਾ ਸਿੰਘ ਬਹਾਦਰ ਦੀ ਜ਼ਰੂਰਤ ਹੈ ਇਸ ਵੇਲੇ। ਬੰਦਾ ਸਿੰਘ ਬਹਾਦਰ ਆ ਜਿਹੜਾ ਕੌਮ ਨੂੰ ਚਾਹੀਦਾ। ਕੌਮ ਦੇ ਵਿੱਚ ਜੇ ਕਹਿ ਦਈਏ ਅਸੀਂ, ਚਾਹੇ ਉਹਨੂੰ ਜਿਹੜੇ ਧਰਨੇ ਆ ਉਹਨੂੰ ਕੋਈ ਵੀ ਵਿਚਾਰਧਾਰਾ ਦੇ ਲੋਕ ਲਾ ਰਹੇ ਨੇ, ਪਰ ਜਿਹੜੇ ਉੱਥੇ ਬੈਠੇ ਲੋਕ ਨੇਗੇ ਉਹ ਵਾਕਈ ਜਿਹੜਾ ਉਹਨਾਂ ਦੇ ਅੰਦਰ ਆ ਉਹ ਹਾਮ ਰਾਖਤ ਪਾਤਸ਼ਾਹੀ ਦਾਅਵੇ ਦੀ ਭਾਵਨਾ ਹੈਗੀ ਉਹ ਇਸ ਵੇਲੇ ਪੂਰੀ ਤਰ੍ਹਾਂ ਉਤਪੰਨ ਹੋਈ ਵੀ ਆ। ਉਹਨੂੰ ਸੰਗਠਿਤ ਕਰਕੇ ਜਿਹੜਾ ਉਹਦੇ ਵਿੱਚੋਂ ਚੰਗੇ ਨਤੀਜੇ ਕੱਢਣ ਦੇ ਲਈ ਸਾਨੂੰ ਬੰਦਾ ਸਿੰਘ ਬਹਾਦਰ ਵਰਗੇ ਕਿਸੇ ਆਗੂ ਦੀ ਜ਼ਰੂਰਤ ਹੈਗੀ। ਸੋ ਤੁਸੀਂ ਸਾਡੇ ਨਾਲ ਜੁੜੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।